ਯਾਰ ਦੋਸਤੋ, ਮੈਂ ਇੱਕ ਕਿਤਾਬ ਪੜ੍ਹਦਾ ਪਿਆ ਸੀ ਤੇ ਮੇਰੀ ਨਜ਼ਰ ਦੇ ਵਿੱਚੋਂ ਤਿੰਨ ਚਾਰ ਜੁਮਲੇ ਐਦਾਂ ਦੇ ਗੁਜ਼ਰੇ, ਮੈਂ ਕਿਹਾ ਤੁਹਾਡੇ ਨਾਲ ਉਹ ਸ਼ੇਅਰ ਕਰ ਲਾਂ। ਦਰਅਸਲ ਇੱਕ ਮੁਫੱਕਰ ਨੇ ਇਹ ਗੱਲ ਲਿਖੀ ਸੀ ਉਸ ਕਿਤਾਬ ਦੇ ਵਿੱਚ ਕਿ ਕੀ ਜ਼ਰੂਰਤ ਪਈ ਸੀ ਇੰਨੀਆਂ ਮੋਟੀਆਂ ਕਿਤਾਬਾਂ ਕਾਨੂੰਨ ਦੀਆਂ ਲਿਖਣ ਦੀਆਂ। ਸਿਰਫ ਇੰਨਾ ਹੀ ਲਿਖ ਦਿੰਦੇ ਕਿ ਜਿਸ ਬੰਦੇ ਦੇ ਵਿੱਚ ਜ਼ਿਆਦਾ ਤਾਕਤ ਵਾ, ਅਦਾਲਤ ਉਸ ਬੰਦੇ ਦੀ ਗੁਲਾਮ ਆ। ਦਰਅਸਲ ਮੈਂ ਜਦੋਂ ਜੁਮਲੇ ਪੜ੍ਹੇ ਨਾ ਦੋਸਤੋ, ਮੈਂ ਕਾफ़ੀ ਜ਼ਿਆਦਾ ਚੌਂਕ ਗਿਆ। ਮੈਨੂੰ ਕਾफ़ੀ ਜ਼ਿਆਦਾ ਹੈਰਤ ਹੋਈ ਕਿ ਯਾਰ ਕੀ ਗੱਲ ਇਸ ਬੰਦੇ ਨੇ ਲਿਖੀ ਹੈ। ਮੈਨੂੰ ਤਾਂ ਇਸ ਗੱਲ ਨੇ ਕਾफ़ੀ ਜ਼ਿਆਦਾ ਮੁਤਾਸਰ ਕੀਤਾ। ਸ਼ਾਇਦ ਤੁਹਾਨੂੰ ਸੁਣ ਕੇ ਵੀ ਅਜੀਬ ਲੱਗਾ ਹੋਵੇ, ਅੱਛਾ ਲੱਗਾ ਹੋਵੇ। ਖੈਰ ਇਹ ਗੱਲ ਜਿਹੜੀ ਆ ਸਾਬਤ ਇੱਕ ਬੰਦੇ 'ਤੇ ਹੁੰਦੀ ਹੈ, ਇੱਕ ਲੀਡਰ 'ਤੇ ਹੁੰਦੀ ਆ। ਮੇਰੀ ਨਜ਼ਰ ਦੇ ਵਿੱਚ ਨੈਲਸਨ ਮੰਡੇਲਾ, ਜਿਹੜੇ ਕਿ ਜਨੂਬੀ ਅਫਰੀਕਾ ਦੇ ਇੱਕ ਬਹੁਤ ਜ਼ਬਰਦਸਤ ਲੀਡਰ ਗੁਜ਼ਰੇ ਆ। 1918 ਦੇ ਵਿੱਚ ਇਹ ਲੀਡਰ ਪੈਦਾ ਹੋਏ ਸੀ, ਲੇਕਿਨ 2013 ਦੇ ਵਿੱਚ ਇਹ ਜਨੂਬੀ ਅਫਰੀਕਾ ਦੇ ਵਿੱਚ ਇਹਨਾਂ ਦੀ ਵਫਾਤ ਹੋ ਗਈ ਸੀ। ਨੈਲਸਨ ਮੰਡੇਲਾ ਦੀ ਮੈਂ ਕਿਉਂ ਗੱਲ ਕਰਦਾ ਪਿਆ ਵਾਂ? ਦਰਅਸਲ ਨੈਲਸਨ ਮੰਡੇਲਾ ਜਿਹੜੇ ਆ 27 ਸਾਲ ਤੱਕ ਜੇਲ੍ਹ ਦੇ ਵਿੱਚ ਕੋਈ ਇਹਨਾਂ 'ਤੇ ਇਲਜ਼ਾਮ ਹੀ ਨਹੀਂ ਸੀ। ਇਹਨਾਂ ਨੂੰ ਕੈਦ ਕੀਤਾ ਗਿਆ। ਇਹਨਾਂ ਦੇ ਉੱਤੇ ਜਿਹੜਾ ਕੋਈ ਕਿਸੇ ਬੰਦੇ ਨੇ ਇਹਨਾਂ 'ਤੇ ਕੋਈ ਇਲਜ਼ਾਮ ਛੋਟਾ ਮੋਟਾ ਲਾਇਆ ਸੀ, ਉਹਦੀ ਵਜ੍ਹਾ ਤੋਂ ਦੋਸਤੋ ਉਹਨਾਂ ਨੂੰ 27 ਸਾਲ ਤੱਕ ਜੇਲ੍ਹ ਦੇ ਵਿੱਚ ਰਹਿਣਾ ਪਿਆ। 27 ਸਾਲ ਤੱਕ ਉਹ ਇਲਜ਼ਾਮ ਹੀ ਕੁਛ ਇਸ ਤਰ੍ਹਾਂ ਦਾ ਨਹੀਂ ਸੀ, ਲੇਕਿਨ ਫਿਰ ਵੀ ਇਸ ਬੰਦੇ ਨੂੰ 27 ਸਾਲ ਤੱਕ ਜੇਲ੍ਹ ਦੇ ਵਿੱਚ ਕੈਦ ਕੀਤਾ ਗਿਆ। ਖੈਰ 27 ਸਾਲਾਂ ਬਾਅਦ ਫੈਸਲਾ ਜਿਹੜਾ ਨੈਲਸਨ ਮੰਡੇਲਾ ਦੇ ਹੱਕ 'ਚ ਹੋਇਆ ਤੇ ਨੈਲਸਨ ਮੰਡੇਲਾ ਨੂੰ ਬਾਅਦ 'ਚੋਂ ਆਜ਼ਾਦ ਕਰ ਦਿੱਤਾ ਗਿਆ। ਉਦੋਂ ਇਹ ਗੱਲ ਕਹੀ ਗਈ ਕਿ ਨੈਲਸਨ ਮੰਡੇਲਾ ਜਿਹੜੇ ਆ ਇਹਨਾਂ ਨੇ ਕੋਈ ਜੁਰਮ ਨਹੀਂ ਕੀਤਾ, ਗਲਤ ਫੈਸਲਾ ਹੋ ਗਿਆ ਸੀ, ਜਿਹਦੀ ਵਜ੍ਹਾ ਤੋਂ ਇਹਨਾਂ ਨੂੰ ਇੰਨੀ ਸਜ਼ਾ ਲੱਭ ਗਈ ਆ। ਤੇ ਅਦਾਲਤ ਨੇ ਇਹ ਗੱਲ ਕਹੀ ਕਿ ਹੁਣ ਸਾਨੂੰ ਇਹਨੂੰ ਛੱਡਣਾ ਹੀ ਪੈਣਾ ਵਾ। ਨੈਲਸਨ ਮੰਡੇਲਾ ਦੋਸਤੋ ਉਮਰ ਦਾ ਇੱਕ ਹਿੱਸਾ ਜਿਹੜਾ ਜੇਲ੍ਹ ਦੇ ਵਿੱਚ ਗੁਜ਼ਾਰ ਕੇ ਆਏ। ਦਰਅਸਲ ਜਦੋਂ ਇਹ ਕੈਦ ਹੋਏ ਸੀ, ਉਦੋਂ ਜਨੂਬੀ ਅਫਰੀਕਾ ਦੇ ਵਿੱਚ ਕਾਫੀ ਜ਼ਿਆਦਾ ਦੰਗੇ ਫਸਾਦ ਹੁੰਦੇ ਪਏ ਸੀ, ਕਤਲੋ ਗਾਰਤ ਹੋ ਰਹੀ ਸੀ, ਪਕੜ ਦਕੜ ਜਾਰੀ ਸੀ, ਜਿਹਦੇ ਵਿੱਚ ਨੈਲਸਨ ਮੰਡੇਲਾ ਨੂੰ ਵੀ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ। ਕੋਈ ਕੇਸ ਚੱਲਿਆ ਜਿਸ ਦੀ ਵਜ੍ਹਾ ਤੋਂ ਨੈਲਸਨ ਮੰਡੇਲਾ ਨੂੰ 27 ਸਾਲ ਤੱਕ ਕੈਦ ਕਰ ਦਿੱਤਾ ਗਿਆ। ਦੋਸਤੋ ਕਿਹਾ ਇਹ ਜਾ ਰਿਹਾ ਸੀ ਕਿ ਜਦੋਂ 27 ਸਾਲ ਬਾਅਦ ਇਹ ਜਿਹੜਾ ਨੈਲਸਨ ਮੰਡੇਲਾ ਆਜ਼ਾਦ ਹੋਏਗਾ ਤੇ ਤਹਿਰੀਕ ਸ਼ੁਰੂ ਕਰੇਗਾ। ਇਹ ਜਦੋਂ ਆਜ਼ਾਦ ਹੋਏਗਾ ਫਿਰ ਉਹ ਮਾਹੌਲ ਜਿਹੜਾ ਗਰਮ ਹੋ ਜਾਏਗਾ, ਲੇਕਿਨ ਇਸ ਤਰ੍ਹਾਂ ਨਹੀਂ ਹੋਇਆ। ਉਹਨੇ ਆਪਣੀ ਕੈਦ ਦਾ ਬਦਲਾ ਆਪਣੀ ਹਕੂਮਤ ਦੇ ਕੋਲੋਂ ਨਹੀਂ ਲਿਆ। ਨੈਲਸਨ ਮੰਡੇਲਾ ਜਦੋਂ ਜੇਲ੍ਹ ਦੇ ਵਿੱਚੋਂ ਨਿਕਲੇ ਤੇ ਉਦੋਂ ਇੱਕ ਲੀਡਰ ਬਣ ਚੁੱਕੇ ਸੀ। ਨੈਲਸਨ ਮੰਡੇਲਾ ਜਨੂਬੀ ਅਫਰੀਕਾ ਦੀ ਕੌਮ ਵਾਸਤੇ ਇੱਕ ਹੀਰੋ ਆ। ਨੈਲਸਨ ਮੰਡੇਲਾ ਨੂੰ ਦੋਸਤੋ ਕਾਫੀ ਜ਼ਿਆਦਾ ਅਵਾਰਡ ਮਿਲੇ, ਨੋਬਲ ਪ੍ਰਾਈਜ਼ ਤੱਕ ਨੈਲਸਨ ਮੰਡੇਲਾ ਨੂੰ ਮਿਲਿਆ। 1993 ਦੇ ਵਿੱਚ ਨੈਲਸਨ ਮੰਡੇਲਾ ਨੂੰ ਪੀਸ ਪ੍ਰਾਈਜ਼ ਮਿਲਿਆ ਸੀ, ਨੋਬਲ ਇਨਾਮ ਮਿਲਿਆ ਦੋਸਤੋ ਇਸ ਬੰਦੇ ਨੂੰ, ਸਿਰਫ ਇਸ ਵਜ੍ਹਾ ਤੋਂ ਕਿਉਂਕਿ ਇਹਨੇ ਅਮਨ ਦੀ ਗੱਲ ਕੀਤੀ। ਇਹ ਜੇਲ੍ਹ ਦੇ ਵਿੱਚੋਂ ਅਗਰ ਨਿਕਲ ਕੇ ਆਪਣੀ ਆਵਾਮ ਨੂੰ ਅਗਰ ਤਸ਼ੱਦਦ ਤੇ ਅਗਰ ਕਹਿੰਦਾ ਕਿ ਤਸ਼ੱਦਦ ਕਰੋ, ਦੰਗੇ ਫਸਾਦ ਕਰੋ, ਅਗਰ ਇਹ ਕਹਿੰਦਾ ਤੇ ਸ਼ਾਇਦ ਆਵਾਮ ਬੜਾ ਕੁੱਟਦੀ, ਲੇਕਿਨ ਇਹਨੇ ਅਮਨ ਦੀ ਗੱਲ ਕੀਤੀ, ਪੀਸ ਦੀ ਗੱਲ ਕੀਤੀ। ਦੋਸਤੋ ਇਸ ਤੋਂ ਇਲਾਵਾ ਨੈਲਸਨ ਮੰਡੇਲਾ ਨੂੰ 695 ਜਿਹੜੇ ਆ ਅਵਾਰਡ ਮਿਲੇ ਹੋਏ ਆ ਉਹਨਾਂ ਦੀ ਇਸ ਅਮਨ ਦੀ ਕੋਸ਼ਿਸ਼ ਦੀ ਵਜ੍ਹਾ ਤੋਂ। ਜਨੂਬੀ ਅਫਰੀਕਾ ਦੀ ਕੌਮ ਜਿਹੜੀ ਆ ਨੈਲਸਨ ਮੰਡੇਲਾ ਨੂੰ ਆਪਣਾ ਹੀਰੋ ਮੰਨਦੀ ਆ। ਮਜ਼ੇ ਦੀ ਗੱਲ ਇਹ ਆ ਕਿ ਨੈਲਸਨ ਮੰਡੇਲਾ ਜਿਹੜੇ ਆ ਪਾਕਿਸਤਾਨ ਵੀ ਆ ਚੁੱਕੇ ਆ। ਪਾਕਿਸਤਾਨ ਦੇ ਵਿੱਚ ਵਜ਼ੀਰ ਆਜ਼ਮ ਨਵਾਜ਼ ਸ਼ਰੀਫ ਦੇ ਦੌਰ ਦੇ ਵਿੱਚ ਨੈਲਸਨ ਮੰਡੇਲਾ ਪਾਕਿਸਤਾਨ ਆਏ ਸੀ। ਲੇਕਿਨ ਦੋਸਤੋ ਖੈਰ ਗੱਲ ਤੇ ਆਪਣੀ ਜਿਹੜੀ ਹੈਗੀ ਸੀ ਕਾਨੂੰਨ ਦੀਆਂ ਕਿਤਾਬਾਂ ਦੇ ਬਾਰੇ ਸੀ। ਖੈਰ ਗੱਲ ਕਿੱਥੇ ਦੀ ਕਿੱਥੇ ਪਹੁੰਚ ਗਈ। ਖੈਰ ਤੁਸੀਂ ਇਸ ਬਾਰੇ ਕੀ ਕਹਿੰਦੇ ਆ ਯਾਰ? ਤੁਹਾਨੂੰ ਕੀ ਲੱਗਦਾ ਵਾ? ਤੁਹਾਨੂੰ ਜਿਹੜੀ ਮੈਂ ਤਿੰਨ ਚਾਰ ਜਿਹੜੇ ਜੁਮਲੇ ਦੱਸੇ ਆ ਸ਼ੁਰੂ ਦੇ ਵਿੱਚ ਕਿ ਕਾਨੂੰਨ ਦੀਆਂ ਇੰਨੀਆਂ ਮੋਟੀਆਂ ਕਿਤਾਬਾਂ ਲਿਖਣ ਦੀ ਕੀ ਜ਼ਰੂਰਤ ਪਈ ਸੀ? ਸਿੱਧਾ ਇਹੀ ਲਿਖ ਦਿੰਦੇ ਕਿ ਜਿਸ ਬੰਦੇ ਦੇ ਵਿੱਚ ਜ਼ਿਆਦਾ ਤਾਕਤ ਵਾ, ਅਦਾਲਤ ਉਹਦੀ ਗੁਲਾਮ ਆ। ਤੁਹਾਨੂੰ ਇਹ ਜੁਮਲੇ ਕਿਸ ਤਰ੍ਹਾਂ ਲੱਗੇ?
ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ।